ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਆ। ਇਸ ਵੇਲੇ ਘਰਾਂ ਦੀ ਮਾਰਕੀਟ ਕਿੱਧਰ ਨੂੰ ਜਾ ਰਹੀ ਆ? ਕੀ ਘਰ ਮਹਿੰਗੇ ਹੋ ਰਹੇ ਆ, ਸਸਤੇ ਹੋ ਰਹੇ ਆ? ਅਸੀਂ ਉਹਦੇ ਬਾਰੇ ਹਮੇਸ਼ਾ ਗੱਲਬਾਤ ਤੁਹਾਡੇ ਨਾਲ ਕਰਦੇ ਰਹਿੰਦੇ ਆ। ਅੱਜ ਕੀ ਅਪਡੇਟ ਆ, ਇਸ ਵੇਲੇ ਸਥਿਤੀ ਕੀ ਆ? ਗੱਲਬਾਤ ਕਰਨ ਦੇ ਲਈ ਅਸੀਂ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਹੋਣਾ ਨਾਲ ਹਾਜ਼ਰ ਹੋਏ ਆ। ਡਾਕਟਰ ਸਾਹਿਬ, ਹੁਣ ਕੰਮ ਕੁਛ ਘਟਿਆ ਆ, ਰੀਅਲਟਰਾਂ ਦਾ ਘੱਟ ਸਰਗਰਮੀ ਹੋ ਰਹੀ ਆ, ਘਰ ਘੱਟ ਵਿਕ ਰਹੇ ਆ, ਜਾਂ ਕੀ ਸਥਿਤੀ ਹੈ ਜੀ? ਬਿਲਕੁਲ ਜੀ, ਜਿਸ ਤਰ੍ਹਾਂ ਮਾਰਕੀਟ ਇਸ ਵੇਲੇ ਪਹਿਲਾਂ ਵਾਂਗ ਤੇਜ਼ ਨਹੀਂ ਹੈ, ਸੋ ਜਿਹੜੇ ਤਾਂ ਫੁੱਲ ਟਾਈਮ ਰੈਲਟਰ ਨੇ ਉਹ ਤਾਂ ਆਪਣੇ, ਕਿਉਂਕਿ ਉਹਨਾਂ ਦਾ ਪੇਸ਼ਾ ਹੀ ਪਹਿਲਾਂ ਇਹ ਆ, ਉਹ ਤਾਂ ਟਿਕਾ ਨਾਲ ਬੈਠੇ ਨੇ। ਜਿਹੜੇ ਇੱਕ ਹਵਾ ਦੇ ਬੁੱਲੇ ਵਾਂਗੂ ਆਏ ਸੀ ਉਹ ਉਵੇਂ ਹੁਣ ਵਾਪਸ ਵੀ ਜਾ ਰਹੇ ਨੇ। ਫਰਕ ਹੁੰਦਾ ਕਿਉਂਕਿ ਕਈਆਂ ਨੇ ਤਾਂ ਚਾਈ ਰੀਅਲ ਸਟੇਟ ਦਾ ਇਹ ਸੋਚਿਆ ਜਦੋਂ ਮਾਰਕੀਟ ਤੱਤੀ ਸੀ ਵੀ ਤਵਾ ਗਰਮ ਹੈ ਅਤੇ ਆਪਾਂ ਫਟਾਫਟ ਰੋਟੀਆਂ ਲਾ ਲੈਂਦੇ ਹਾਂ। ਪਰ ਹੁਣ ਪਤਾ ਲੱਗਦਾ ਕਿ ਅਸਲ ਦੇ ਵਿੱਚ ਜਿਹੜਾ ਇਹ ਕੰਮ ਹੈ ਇਹ ਕੋਈ ਪਾਰਟ ਟਾਈਮ ਜੋਬ ਨਹੀਂ ਹੈ, ਇਹ ਪੂਰਾ ਧਿਆਨ ਮੰਗਦੀ ਹੈ ਅਤੇ ਇਸ 'ਤੇ ਆਪਣੇ ਆਪ ਨੂੰ ਕੇਂਦਰਿਤ ਕਰਕੇ ਕਰਨਾ ਚਾਹੀਦਾ। ਸੋ ਕਈ ਵਾਰ ਕੱਚ ਘੱਟ ਕਿਸਮ ਦੀ ਪਹੁੰਚ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਚਲੰਤ ਕਿਸਮ ਦੇ ਢੰਗ ਦੇ ਨਾਲ ਗਰਮ ਮਾਰਕੀਟ ਦੇ ਵਿੱਚ ਤਾਂ ਸਰਗਰਮ ਰਹਿੰਦੇ ਨੇ। ਹੁਣ ਉਹ ਪਰੇ ਹਟ ਰਹੇ ਨੇ, ਪਰ ਇਹਦੇ ਬਾਵਜੂਦ ਜਿਹੜੇ ਲੰਮੇ ਸਮੇਂ ਤੋਂ ਜਾਂ ਅੱਜ ਵੀ ਜਿਹੜੇ ਸੁਲਝੇ ਨਵੇਂ ਨੌਜਵਾਨ ਵਰਗ ਦੇ ਆ ਰਹੇ ਨੇ ਉਹ ਇਸ ਨੂੰ ਇਸ ਤਰ੍ਹਾਂ ਲੈ ਰਹੇ ਨੇ ਕਿ ਰਾਤੋਂ ਰਾਤ ਜਿਹੜਾ ਹੈ ਅਮੀਰ ਬਣਨ ਦਾ ਤਰੀਕਾ ਨਹੀਂ ਹੈ। ਰੀਅਲ ਸਟੇਟ ਇੱਕ ਸੰਜੀਦਾ ਕਿਸਮ ਦੀ ਪਹੁੰਚ ਹੈ ਜਿੱਥੇ ਹਰ ਕੋਈ ਆਪਣਾ ਸਾਰੀ ਉਮਰ ਦੀ ਕਮਾਈ ਤੁਹਾਡੀ ਝੋਲੀ 'ਚ ਪਾਉਂਦਾ ਅਤੇ ਤੁਸੀਂ ਇਉਂ ਨਹੀਂ ਕਿ ਆਪਣਾ ਕਮਿਸ਼ਨ ਬਣਾਇਆ ਅਤੇ ਤੁਰਦੇ ਬਣੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਉਹੀ ਟਿਕਣਗੇ ਰੈਲਟਰ ਜਿਹੜੇ ਗੰਭੀਰ ਨੇ, ਸੰਜੀਦਾ ਨੇ, ਜਾਂ ਜਿਹੜੇ ਆਪਣੇ ਕਲਾਇੰਟਸ ਦੇ ਨਾਲ ਲੰਮੇ ਸੰਬੰਧਾਂ ਦੇ ਵਿੱਚ ਵਿਚਰਦੇ ਨੇ। ਸੋ ਇਹਦਾ ਮਤਲਬ ਇਹ ਵੀ ਸਮਝਿਆ ਜਾਵੇ ਵੀ ਮਾਰਕੀਟ ਠੰਡੀ ਹੋ ਚੁੱਕੀ ਆ, ਘਰ ਨਹੀਂ ਵਿਕ ਰਹੇ। ਸਮਝਿਆ ਕਿ ਜੀ ਇਹ ਤਾਂ ਤੱਥ ਹੈ। ਪਿਛਲੇ ਹੁਣ ਲਗਾਤਾਰ ਕੁਝ ਹਫ਼ਤਿਆਂ ਤੋਂ ਇਸ ਨਮੂਨੇ ਨੂੰ ਅਸੀਂ ਦੇਖ ਰਹੇ ਹਾਂ ਕਿ ਮਾਰਕੀਟ ਦੇ ਵਿੱਚ ਇਨਵੈਂਟਰੀ ਹੁਣ ਆ ਰਹੇ ਨੇ, ਘਰ ਵੀ ਆ ਰਹੇ ਨੇ। ਵਿਕਰੇਤਾ ਜਿਹੜੇ ਆ ਉਹ ਘਰਾਂ 'ਚ ਵੜ ਚੁੱਕੇ ਨੇ। ਉਹਨਾਂ ਨੂੰ ਇਉਂ ਜਾਪਦਾ ਕਿ ਹੁਣ ਇਹ ਟਾਈਮ ਨਹੀਂ ਹੈ ਘਰ ਲੈਣ ਦਾ, ਜਿੱਥੇ ਕਿ ਕਿਤੇ ਨਾ ਕਿਤੇ ਕੁਤਾਹੀ ਵੀ ਹੈ, ਕਿਉਂਕਿ ਖਰੀਦਣ ਦਾ ਸਮਾਂ ਉਦੋਂ ਹੁੰਦਾ ਜਦੋਂ ਮਾਰਕੀਟ ਜਿਹੜੀ ਹੈ ਇੱਕ ਬਾਇਰ ਦੀ ਜਿਸ ਤਰ੍ਹਾਂ ਦੀ ਹੁੰਦੀ ਹੈ ਕਿ ਚੀਜ਼ਾਂ ਬਹੁਤ ਨੇ, ਸਪਲਾਈ ਬਹੁਤ ਹੈ ਅਤੇ ਡਿਮਾਂਡ ਜਿਹੜੀ ਹੈ ਉਸ ਵੇਲੇ ਉਨੀ ਨਹੀਂ ਹੈ। ਉਸ ਵੇਲੇ ਜੇਕਰ ਤੁਸੀਂ ਵਧੀਆ ਕੀਮਤ 'ਤੇ ਖਰੀਦ ਸਕਦੇ ਹੋ ਤਾਂ ਇੱਕ ਸੁਨਹਿਰੀ ਮੌਕਾ ਹੁੰਦਾ। ਪਰ ਸਾਡੇ ਕਈ ਵਾਰ ਸੁਭਾਅ ਦਾ ਇਹ ਹਿੱਸਾ ਹੁੰਦਾ ਜਿਵੇਂ ਖੁੰਡਾਂ 'ਤੇ ਚਰਚਾ ਕਰਨੀ, ਸੱਥਾਂ 'ਚ ਬੈਠ ਕੇ ਚਰਚਾ ਕਰਨੀ, ਉੱਥੇ ਸਾਰੇ ਸਿਰੇ ਦੇ ਵਿਦਵਾਨ ਹੁੰਦੇ ਆ। ਕਈਆਂ ਨੂੰ ਜਿੰਨਾ ਕੁ ਪਤਾ ਹੁੰਦਾ ਉਹ ਇੱਕ ਇੱਦਾਂ ਕੋਈ ਨਾ ਕੋਈ ਗੱਲ ਕਰ ਦਿੰਦਾ, 5-7 ਉਵੇਂ ਚੱਲ ਪੈਂਦੇ ਆ। ਆਪਣੀ ਬੁੱਧੀ ਨੂੰ, ਦਿਮਾਗ ਨੂੰ ਅਤੇ ਆਪਣੀ ਜੇਬ ਨੂੰ ਸਮਝੋ, ਵਿਚਾਰੋ ਅਤੇ ਫਿਰ ਕਦਮ ਚੁੱਕੋ। ਮੈਨੂੰ ਜਾਪਦਾ ਕਿ ਇਹੋ ਜਿਹੀ ਮਾਰਕੀਟ ਬਾਇਰ ਲਈ ਸਹੀ ਮਾਰਕੀਟ ਹੈ। ਇਸ ਵੇਲੇ ਹੁਣ ਸਥਿਤੀ ਕੀ ਆ? ਅਤੇ ਜੇ ਘਰਾਂ ਦੀਆਂ ਕੀਮਤਾਂ ਵੀ ਘਟੀਆਂ ਆ ਅਤੇ ਸੇਲ ਵੀ ਘਟੀ ਆ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਥੱਲੇ ਜਾਣ ਦੀ ਸੰਭਾਵਨਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ? ਇੱਕ ਲਿਮਿਟ ਹੁੰਦੀ ਹੈ ਹਰੇਕ ਚੀਜ਼ ਦੀ। ਇੱਕ ਤਾਂ ਉਹ ਇਨਵੈਸਟਰ ਨੇ, ਡਿਵੈਲਪਰ ਨੇ, ਜਾਂ ਕੋਈ ਵੀ ਨੇ, ਉਹਨਾਂ ਦੇ ਇੱਕ ਖਾਸ ਦਾਇਰੇ ਨੇ ਕਿ ਉਹ ਅਫੋਰਡ ਨਹੀਂ ਕਰ ਸਕਦੇ। ਜਿਨ੍ਹਾਂ ਨੇ ਪ੍ਰਾਈਵੇਟ ਮੌਰਗੇਜ ਚੱਕੀ ਹੈ, ਬੀ ਲੈਂਡਰ ਤੋਂ ਪੈਸੇ ਲਏ ਨੇ, ਉਹ ਤਾਂ ਮਜਬੂਰ ਨੇ। ਪਰ ਜਿਨ੍ਹਾਂ ਨੇ ਆਪਣੇ ਰਹਿਣ ਵਾਸਤੇ ਉਹ ਥਾਂ ਬਣਾਇਆ ਉਹ ਮਜਬੂਰ ਨਹੀਂ। ਉਹ ਬਦਲ ਜ਼ਰੂਰ ਸਕਦੇ ਨੇ, ਇੱਕ ਪ੍ਰੋਪਰਟੀ ਵੇਚ ਕੇ ਹੋਰ ਲੈ ਸਕਦੇ ਨੇ, ਪਰ ਉਹਨਾਂ ਨੂੰ ਇੱਕ ਖਾਸ ਹੱਦ ਤੋਂ ਬਾਅਦ ਮਹਿਸੂਸ ਹੋਣਾ ਕਿ ਇਸ ਤੋਂ ਥੱਲੇ ਜੇਕਰ ਅਸੀਂ ਵੇਚਦੇ ਹਾਂ ਤਾਂ ਸਾਨੂੰ ਇਹ ਖਰਾ ਨਹੀਂ ਹੈ ਸੌਦਾ, ਸਾਡੇ ਲਈ ਇਹ ਵਾਰਾ ਨਹੀਂ ਖਾਂਦਾ। ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਕਹਿਣਾ ਮਾਰਕੀਟ 'ਚੋਂ ਪ੍ਰੋਪਰਟੀ ਕੱਢ ਲਓ। ਜਦੋਂ ਪ੍ਰੋਪਰਟੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਫਿਰ ਜਿਹੜੀ ਹੈ ਡਿਮਾਂਡ ਜਿਹੜੀ ਵੱਧ ਜਾਣੀ ਹੈ, ਸਪਲਾਈ ਘੱਟ ਜਾਣੀ ਹੈ। ਸੋ ਇਹ ਸੰਤੁਲਨ ਵਿਗੜਨ ਦੇ ਨਾਲ ਹੀ ਫਿਰ ਬਾਇਰ ਵੀ ਬਾਹਰ ਨਿਕਲਣਗੇ, ਫਿਰ ਕੰਪੀਟੀਸ਼ਨ ਵਧੇਗਾ। ਸੋ ਮੈਨੂੰ ਇਹ ਜਾਪਦਾ ਹੈ ਕਿ ਜਿਸ ਤਰੀਕੇ ਨਾਲ ਇਸ ਵੇਲੇ ਸਮਾਂ ਹੈ ਉਸ ਸਮੇਂ ਦੇ ਮੁਤਾਬਕ ਸੈਲਰ ਨੇ ਘੱਟ ਕੀਮਤਾਂ ਦਾ ਇੱਕ ਦਾਇਰਾ ਮਿਥਿਆ ਹੋਇਆ ਕਿ ਜਿੰਨਾ ਕੁ ਉਹਨੂੰ ਲਾਗਤ ਕੀਮਤ ਤੋਂ ਕੁਛ ਨਫਾ ਮਿਲ ਜਾਂਦਾ, ਪਰ ਉਸ ਤੋਂ ਬਾਅਦ ਉਹ ਨਿਸ਼ਚਿਤ ਕਰ ਲੈਂਦਾ ਕਿ ਇਸ ਤੋਂ ਸਸਤੀ ਪ੍ਰੋਪਰਟੀ ਨਹੀਂ ਵੇਚਣੀ ਅਨਲੈਸ ਉਹਦੀ ਕੋਈ ਵੱਡੀ ਮਜਬੂਰੀ ਨਾ ਹੋਵੇ। ਹੁਣ ਜਦੋਂ ਮਾਰਕੀਟ ਤੇਜ਼ ਸੀਗੀ, ਲਾਈਨਾਂ ਲੱਗੀਆਂ ਸੀ ਲੋਕਾਂ ਦੀਆਂ ਜਿਹੜੇ ਓਪਨ ਹਾਊਸਿਸ ਦੇ ਵਿੱਚ ਵੀ, ਹੁਣ ਕੀਮਤਾਂ ਘਟ ਗਈਆਂ, ਹੁਣ ਉਹ ਬਾਇਰ ਕਿੱਥੇ ਗਿਆ? ਕੀ ਉਹ ਬਾਇਰ ਖਤਮ ਹੋ ਗਏ, ਉਹ ਸਾਰੇ ਸੰਤੁਸ਼ਟ ਹੋ ਗਏ, ਜਾਂ ਅਜੇ ਹੋਰ ਉਡੀਕ ਕਰ ਰਿਹਾ ਵੀ ਹੋਰ ਘਟਣਗੇ? ਕਿਤੇ ਨਹੀਂ ਗਏ, ਇੱਥੇ ਹੀ ਆ, ਪ੍ਰਚਾਰ ਦਾ ਹੀ ਹੈ। ਕਈ ਵਾਰ ਪ੍ਰਚਾਰ ਸਿਰੇ ਦਾ ਹੋ ਜਾਂਦਾ ਵੀ ਜੀ ਗਿਆ ਸਭ ਕੁਛ, ਕਈ ਵਾਰ ਹੁੰਦਾ ਮਿਲਣਾ ਹੀ ਨਹੀਂ ਕੁਛ। ਅੱਗੇ ਇਹੋ ਜਿਹਾ ਚੱਲਿਆ ਵੀ ਕੱਖ ਨਹੀਂ ਮਿਲਣਾ, ਇੱਕ ਦੂਜੇ ਦੇ ਉੱਤੋਂ ਦੀ ਹੋ ਗਏ। ਆਪਣਾ ਐਨਾਲਿਸਿਸ ਘੱਟ ਕੀਤਾ ਹੁੰਦਾ, ਵਿਸ਼ਲੇਸ਼ਣ। ਜਿਵੇਂ ਹੁਣ ਤੁਸੀਂ ਚੈਨਲ ਦੇ ਮਾਧਿਅਮ ਰਾਹੀਂ ਬਾਰੀਕੀ ਦੇ ਨਾਲ ਸਮੇਂ-ਸਮੇਂ ਦੱਸ ਰਹੇ ਹੋ, ਲੋਕਾਂ ਨੂੰ ਪਤਾ ਲੱਗ ਰਿਹਾ। ਬਾਇਰ ਵੀ ਇੱਥੇ ਆ, ਖਰੀਦਦਾਰ ਖਤਮ ਨਹੀਂ ਹੋਇਆ। ਜਿਹੜੇ ਇਸ ਵੇਲੇ ਬੇਸਮੈਂਟਾਂ 'ਚ ਬੈਠੇ ਆ ਉਹਨਾਂ ਨੇ ਕੁਛ ਨਾ ਕੁਛ ਤਾਂ ਲੈਣਾ ਹੀ ਆ। ਆਰੰਭ ਦੇ ਵਿੱਚ ਉਹ ਅਪਾਰਟਮੈਂਟ ਲੈਣਗੇ, ਉਦੋਂ ਅੱਗੇ ਟਾਊਨ ਹਾਊਸ ਲੈਣਗੇ, ਟਾਊਨ ਹਾਊਸ ਵਾਲੇ ਘਰ ਲੈਣਗੇ, ਠੀਕ ਹੈ। ਹੁਣ ਉਹਨਾਂ ਨੂੰ ਸਿਰਫ ਇਹੀ ਹੈ ਕਿ ਯਾਰ ਕੀਮਤਾਂ ਆ ਪਿਛਲੇ 2 ਮਹੀਨਿਆਂ 'ਚ ਘਟੀਆਂ ਅਤੇ ਹੁਣ ਹੋਰ ਘਟਣਗੀਆਂ,
ਹੋਰ ਘਟਣਗੀਆਂ। ਇਸੇ ਚੱਕਰ ਦੇ ਵਿੱਚ ਕਈ ਵਾਰ ਵਧੀਆ ਸੌਦੇ ਅਸੀਂ ਗਵਾ ਲੈਂਦੇ ਹਾਂ, ਜਦ ਕਿ ਚਾਹੀਦਾ ਇਹ ਹੈ ਕਿ ਹੁਣ ਜਿਹੜਾ ਸਮਾਂ, ਉਸ ਸਮੇਂ ਦੇ ਵਿੱਚ ਜਿਹੜੇ ਬਾਇਰ ਘਰਾਂ 'ਚ ਬੈਠੇ ਨੇ, ਜਿਹੜੇ ਬਾਹਰ ਨਿਕਲਣ ਦੇ ਲਈ, ਜਿਨ੍ਹਾਂ ਨੂੰ ਇਉਂ ਲੱਗਦਾ ਜਦੋਂ ਤੁਸੀਂ ਹੁਣ ਵਧੀਆ ਡੀਲ ਵੀ ਮਿਲ ਰਹੀ ਹੈ, ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਉਹ ਨੇੜੇ ਤੇੜੇ ਵੀ ਨਹੀਂ ਸੀ, ਅੱਜ ਜਦੋਂ ਵਧੀਆ ਮਿਲ ਰਹੀ ਉਹ ਕਹਿੰਦੇ ਠਹਿਰ ਜੋ ਜੀ ਹੋਰ ਘਟ ਜਾਣਗੇ, ਕਿਉਂਕਿ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਲਾਹਕਾਰ ਕਮੇਟੀ ਹੈ ਨਾ, ਉਹਨਾਂ ਦੇ ਆਲੇ ਦੁਆਲੇ ਜਿਹੜੇ ਚਰਚ ਵਾਲੇ, ਉਹਨਾਂ ਨੂੰ ਜ਼ਿਆਦਾ ਰੈਲਟਰ ਤੋਂ ਜ਼ਿਆਦਾ ਗਿਆਨ ਹੁੰਦਾ ਹੈ, ਉਹ ਜ਼ਿਆਦਾ ਸੋਝੀ ਰੱਖਦੇ ਨੇ। ਉਹ ਕਈ ਵਾਰ ਐਸੀਆਂ ਗੱਲਾਂ ਛੱਡ ਦਿੰਦੇ ਨੇ ਜਿਨ੍ਹਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੁੰਦਾ ਅਤੇ ਨੁਕਸਾਨ ਹੋ ਜਾਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਪੇਸ਼ਾਵਰ ਪਹੁੰਚ ਵਾਲੇ ਬੰਦੇ ਨੇ ਉਹਨਾਂ ਨਾਲ ਬੈਠੋ, ਮੀਟਿੰਗ ਕਰੋ, ਅਤੇ ਜੇਕਰ ਤੁਹਾਨੂੰ ਜਾਪਦਾ ਇਹ ਕਿ ਤੁਸੀਂ ਸੱਚਮੁੱਚ ਲੋੜਵੰਦ ਹੋ ਪ੍ਰਾਪਰਟੀ ਦੇ, ਤਾਂ ਇਹ ਮਾਰਕੀਟ ਬਾਇਰ ਦੀ ਮਾਰਕੀਟ ਕਹੀ ਜਾ ਸਕਦੀ ਹੈ। ਖਰੀਦਦਾਰ ਦੀ ਮਾਰਕੀਟ ਦੇ ਵਿੱਚ ਖਰੀਦਦਾਰ ਨੂੰ ਬਾਹਰ ਨਿਕਲਣਾ ਚਾਹੀਦਾ ਹੈ। ਇਹਦੇ ਵਿੱਚ ਕਈ ਵਾਰ ਇਹ ਵੀ ਗੱਲ ਹੁੰਦੀ ਵੀ ਰੀਅਲਟਰ ਇਹ ਸਾਰੀ ਗੱਲਬਾਤ ਇੱਕ ਸਿਰਜਦੇ ਆ ਵੀ ਹੁਣ ਮਾਰਕੀਟ ਤੇਜ਼ ਹੋ ਗਈ, ਹੁਣ ਹੌਲੀ ਹੋ ਗਈ। ਰੀਅਲਟਰ ਦਾ ਕਿੰਨਾ ਕੁ ਰੋਲ ਹੁੰਦਾ ਇਸ ਗੱਲ ਦੇ ਵਿੱਚ ਵੀ ਉਹ ਜ਼ਿਆਦਾ ਸਰਗਰਮ ਕਰੇ, ਜਾਂ ਇਹਦੇ ਕਹਿਣ ਨਾਲ ਕੋਈ ਰੀਅਲਟਰਸ ਦੇ ਕਹਿਣ ਨਾਲ ਕੋਈ ਫਰਕ ਪੈਂਦਾ ਮਾਰਕੀਟ 'ਚ? ਜਦੋਂ ਪ੍ਰਾਪਰਟੀ ਕਿਸੇ ਨੇ ਲਿਸਟ ਕਰਨੀ ਹੈ ਤਾਂ ਰੀਅਲਟਰ ਨੂੰ ਸੱਦ ਕੇ ਉਹ ਕਹਿੰਦਾ ਇਦੋਂ ਘੱਟ ਮੈਂ ਵੇਚਣੀ ਨਹੀਂ। ਜਦੋਂ ਪ੍ਰਾਪਰਟੀ ਕਿਸੇ ਨੇ ਖਰੀਦਣੀ ਹੈ, ਰੀਅਲਟਰ ਨੂੰ ਸੱਦ ਕੇ ਕਹਿੰਦਾ ਇਦੋਂ ਵੱਧ ਮੈਂ ਲੈਣੀ ਨਹੀਂ। ਤਾਂ ਰੀਅਲਟਰ ਦਾ ਉਸ ਦੇ ਵਿੱਚ ਕੀ ਕਸੂਰ ਰਹਿ ਗਿਆ? ਕੁਛ ਵੀ ਨਹੀਂ। ਸਿਰਫ ਇਹ ਹੈ ਕਿ ਆਪਣੇ ਅਨੁਭਵ ਤਜਰਬੇ ਨੂੰ ਵਰਤੇ, ਇਹ ਦੱਸੇ ਕਿ ਹਾਂ ਇਸ ਮਾਰਕੀਟ ਦੇ ਵਿੱਚ ਤੈਨੂੰ ਵੱਧ ਤੋਂ ਵੱਧ ਇੰਨੇ ਪੈਸੇ ਮਿਲ ਸਕਦੇ ਆ, ਇਦੋਂ ਵੱਧ ਨਹੀਂ। ਸੋ ਜੇ ਤੂੰ ਫੈਸਲਾ ਕਰਦਾ ਤਾਂ ਵਧੀਆ, ਅਤੇ ਖਰੀਦਣ ਵਾਲੇ ਨੂੰ ਵੀ ਇਸ ਗੱਲ ਲਈ ਚਾਨਣ ਕਰ ਦੇਵੇ, ਕੰਪੈਰੇਬਲ ਰੱਖੇ ਉਹਦੇ ਕੋਲੇ ਉਸ ਏਰੀਏ ਦੇ ਵਿੱਚ, ਉਹਨਾਂ ਤਾਰੀਖਾਂ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਕਿੱਥੋਂ ਤੱਕ ਪ੍ਰਾਪਰਟੀ ਵਿਕੀ ਹੈ। ਇਹ ਤੱਥ ਜਦੋਂ ਸਾਹਮਣੇ ਰੱਖਦੇ ਹਾਂ ਫਿਰ ਮਸਲਾ ਸੁਲਝ ਜਾਂਦਾ। ਅਦਰਵਾਈਜ਼ ਅਸੀਂ ਕਈ ਵਾਰ ਇੰਨਾ ਕੁ ਉਲਝ ਜਾਂਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਮਾਰਕੀਟ ਨੂੰ ਇਕੱਲਾ ਰੀਅਲਟਰ ਵਧਾ ਨਹੀਂ ਸਕਦਾ, ਘਟਾ ਨਹੀਂ ਸਕਦਾ। ਖਰੀਦਣ ਅਤੇ ਵੇਚਣ ਵਾਲੇ ਹੀ ਅਸਲ ਦੇ ਵਿੱਚ ਉਹ ਤੱਤ ਨੇ ਜਿਹੜੇ ਮਾਰਕੀਟ ਨੂੰ ਉੱਪਰ ਜਾਂ ਥੱਲੇ ਲਿਆਉਂਦੇ ਨੇ। ਉਸ ਤੋਂ ਵੱਡੀ ਤੱਥ ਦੀ ਗੱਲ ਹੈ ਕਿ ਗੌਰਮੈਂਟ ਦੀਆਂ ਨੀਤੀਆਂ। ਅਫੋਰਡੇਬਿਲਟੀ ਵਧਾਓ ਤਾਂ ਨੈਚੁਰਲੀ ਕੰਪੀਟੀਸ਼ਨ ਘਟੇਗਾ, ਉਹ ਤਾਂ ਵਧਾਉਂਦੇ ਨਹੀਂ। ਟੈਕਸ ਵਧਾਤਾ, ਟੈਕਸ ਫੇਰ ਵਧੂਗਾ। ਤੁਸੀਂ ਕਿੱਥੋਂ ਕੁ ਤੱਕ ਟੈਕਸ ਵਧਾਈ ਜਾਓਗੇ? ਉਹਦੇ 'ਚ ਜਿਹੜਾ ਬੰਦਾ ਆਮ ਆ ਉਹਨੂੰ ਵੀ ਤੁਸੀਂ ਮਜਬੂਰ ਕਰ ਦਿੱਤਾ, ਉਹ ਕਿੱਧਰ ਨੂੰ ਜਾਏਗਾ? ਜਿਹੜਾ ਸਧਾਰਨ ਬੰਦਾ ਜਦੋਂ ਉਹ ਆਪਣੀ ਕੋਸ਼ਿਸ਼ ਦੇ ਨਾਲ ਕੁਝ ਖਰੀਦਣਾ ਚਾਹੁੰਦਾ, ਉਹਦੇ ਲਈ ਵੀ ਸੰਕਟ ਖੜਾ ਹੋ ਗਿਆ। ਤੁਸੀਂ ਇੱਕ ਨੂੰ ਦਬਦੇ ਦਬਦੇ ਸਾਰਿਆਂ ਨੂੰ ਨਿਪੇੜ ਰਹੇ ਹੋ। ਸੋ ਗੌਰਮੈਂਟ ਦੀਆਂ ਜਿਹੜੀਆਂ ਨੀਤੀਆਂ ਹਨ, ਜਿਵੇਂ ਫੋਰਨ ਬਾਇਰਸ 'ਤੇ ਪਾਬੰਦੀਆਂ ਲਾ ਦਿੱਤੀਆਂ, ਕੁਛ ਹੋਰਾਂ ਚੀਜ਼ਾਂ 'ਤੇ ਲਾਤੀਆਂ, ਆਪਣੇ ਆਪ ਨੂੰ ਬੜੇ ਸਰਾਹ ਰਹੇ ਨੇ। ਉਹਨਾਂ ਦੇ ਵਿੱਚ ਵੀ ਮੈਂ ਦੇਖਦਾ ਓਵਰਆਲ ਕੈਨੇਡਾ ਦਾ ਵਿਕਾਸ ਵੀ ਚਾਹੀਦਾ, ਇੱਥੋਂ ਦੇ ਲੋਕਾਂ ਦੇ ਲੋੜ ਵੀ ਪੂਰੀ ਹੋਣੀ ਚਾਹੀਦੀ ਹੈ। ਪਰ ਉਹਨੂੰ ਇਸ ਤਰ੍ਹਾਂ ਬਣਾਓ ਕਿ ਇੱਕਦਮ ਜਿਹੜਾ ਹੈ ਪਹਿਲਾਂ ਤਾਂ ਤੁਸੀਂ ਥੱਲੇ ਸੁੱਟ ਦਿੰਦੇ ਹੋ ਆਪਣੀ ਪੋਲਿਸੀ ਦੇ ਨਾਲ, ਫਿਰ ਚੱਕ ਦਿੰਦੇ ਹੋ। ਇਹੀ ਜਿਹੜਾ 2-4 ਮਹੀਨੇ ਪਹਿਲਾਂ ਹੌਲੀ ਹੌਲੀ ਸਟੈਪ ਚੱਕੇ ਹੁੰਦੇ ਤਾਂ ਜ਼ਿਆਦਾ ਵਧੀਆ ਸੀ। ਸਥਿਤੀ ਵਿਗਾੜ ਲੈਣੀ ਪੂਰੀ ਤਰ੍ਹਾਂ, ਫਿਰ ਉਸ ਨੂੰ ਸੋਧਣਾ, ਇਹ ਮੈਨੂੰ ਲੱਗਦਾ ਰੀਅਲਟਰ ਦੇ ਹੱਥ ਦੇ ਵਿੱਚ ਨਹੀਂ ਹੈ। ਇਹ ਉਹਨਾਂ ਦੇ ਵਿੱਚ ਹੈ। ਰੀਅਲਟਰ ਦਾ ਇੰਨਾ ਕੁ ਪਾਰਟ ਹੈ ਕਿ ਗੁੰਮਰਾਹ ਨਾ ਕਰੇ, ਜੋ ਦੱਸੇ ਸਹੀ ਦੱਸੇ। ਅੱਜ ਬਾਇਰ ਦੀ ਮਾਰਕੀਟ ਹੈ, ਦੱਸੇ ਕਿ ਤੁਸੀਂ ਵਾਜਬ ਜੇਕਰ ਯੋਗ ਹੋ ਤਾਂ ਲੈ ਲਓ। ਸੈਲਰ ਦੀ ਮਾਰਕੀਟ ਹੈ, ਉਹਦੇ 'ਚ ਵੀ ਦੱਸੇ ਕਿ ਇਸ ਤੋਂ ਵੱਧ ਨਹੀਂ ਵਿਕ ਸਕਦਾ, ਇਸ ਤੋਂ ਜ਼ਿਆਦਾ ਇਹਨੂੰ ਕੰਪੀਟੀਸ਼ਨ ਕ੍ਰੀਏਟ ਕਰਨਾ ਗਲਤ ਹੈ। ਪਰ ਕੰਪੀਟੀਸ਼ਨ ਆਪਣੀ ਪੈਦਾ ਹੋ ਜਾਂਦਾ ਜਦੋਂ ਡਿਮਾਂਡ ਐਂਡ ਸਪਲਾਈ, ਇਹ ਇੱਕ ਮੁੱਖ ਇਕਨੋਮੀ ਦਾ ਰੂਲ ਹੈ। ਇਸ ਦੇ ਵਿੱਚ ਸੰਤੁਲਨ ਵਿਗੜਦਾ ਨਾ ਜਦੋਂ, ਤੇ ਫਿਰ ਇਹ ਇਸ ਤਰ੍ਹਾਂ ਮੁਕਾਬਲੇ ਦੀ ਜਿਹੜੀ ਦੌੜ ਹੈ ਸ਼ੁਰੂ ਹੁੰਦੀ ਹੈ। ਧਾਲੀਵਾਲ ਸਾਹਿਬ, ਇੱਕ ਲੋਕ ਇਹ ਕਹਿੰਦੇ ਵੀ ਜਦੋਂ ਤਾਂ ਓਵਰ ਆਸਕਿੰਗ ਤੁਸੀਂ ਵੇਚ ਦਿੰਦੇ ਹੋ ਕਿਸੇ ਦਾ ਘਰ, ਤਾਂ ਉਹ ਦੱਸਦੇ ਆ ਵੀ ਇੰਨਾ ਆਸਕਿੰਗ ਤੋਂ ਉੱਤੇ ਵੇਚ ਦਿੰਦਾ। ਜਦੋਂ ਕਿਸੇ ਦਾ ਆਸਕਿੰਗ ਤੋਂ ਥੱਲੇ ਜਾਂਦਾ, ਉਹਦੀ ਇੰਨੀ ਚਰਚਾ ਜਾਂ ਪ੍ਰਚਾਰ ਨਹੀਂ ਕਰਦੇ ਵੀ ਇਹਨੂੰ ਇੰਨੇ ਦਾ ਲੱਗਿਆ ਸੀ, ਅਸੀਂ ਸਸਤਾ ਲੈ ਦਿੱਤਾ। ਉਹਦੇ 'ਚ ਜਿਹੜਾ ਖਰੀਦ ਕੇ ਲੈ ਕੇ ਦਿੰਦਾ ਉਹ ਤਾਂ ਦੱਸੂਗਾ ਬਈ ਉਹ ਐਡਵਰਟਾਈਜ਼ਮੈਂਟ ਤੁਸੀਂ ਜਦੋਂ ਦੇਖਦੇ ਹੋ, ਰੀਅਲਟਰ ਦੀ ਵੀ ਅਸੀਂ ਦੇਖਦੇ ਹਾਂ, ਜਾਂ ਬਾਇਰ ਵੀ ਗੱਲਾਂ ਬਾਤਾਂ ਕਰਦਾ, ਉਹ ਤਾਂ ਲਿਖਦਾ ਕਿ ਮੈਂ $1,00,000 ਥੱਲੇ ਜਿਹੜਾ ਹੈ ਇਹਨੂੰ ਦਵਾਤਾ ਆਪਣੇ ਬੰਦੇ ਨੂੰ। ਪਰ ਜਦੋਂ ਉਹ ਸੈਲਰ ਨੂੰ ਰਿਪਰੈਜ਼ੈਂਟ ਕਰਦਾ, ਉਹ ਕਹਿੰਦਾ ਮੈਂ $1,00,000 ਉੱਪਰ ਵੇਚਤਾ, ਕਿਉਂਕਿ ਉਹ ਸੈਲਰ ਨੂੰ ਰਿਪਰੈਜ਼ੈਂਟ ਕਰ ਰਿਹਾ, ਦੂਜਾ ਬਾਇਰ ਨੂੰ ਕਰ ਰਿਹਾ। ਪਰ ਮਸਲਾ ਫਿਰ ਇੱਥੇ ਇਹ ਨਹੀਂ ਗਾ ਵੀ ਇਹ ਕਿਹੋ ਜਿਹਾ ਪ੍ਰਚਾਰ ਹੈ। ਮਸਲਾ ਇਹ ਹੈ ਕਿ ਤੱਥਾਂ ਨੂੰ ਸਾਹਮਣੇ ਰੱਖਣਾ ਚਾਹੀਦਾ। ਇੱਕ ਪ੍ਰਾਪਰਟੀ 1.5 ਮਿਲੀਅਨ ਦੀ ਹੈ, ਸੈਲਰ ਇਹ ਕਹਿ ਰਿਹਾ ਕਿ ਮੈਂ 1.5 ਮਿਲੀਅਨ ਤੋਂ ਉੱਤੇ ਲੈਣਾ, ਅਤੇ ਉਸ ਵੇਲੇ ਉਹ ਕਹਿੰਦਾ ਵੀ ਮੈਂ ਤੈਨੂੰ ਤਜਵੀਜ਼ ਆ ਤੇਰੇ ਅੱਗੇ ਪੇਸ਼ ਕਰਦਾ ਕਿ ਤੂੰ ਇਸ ਦੀ ਲਿਸਟਿੰਗ ਕਰ ਮਿਲੀਅਨ ਤੋਂ ਥੱਲੇ। ਹੁਣ ਮਿਲੀਅਨ ਤੋਂ ਥੱਲੇ ਲਿਸਟ ਕਰਤਾ ਅਤੇ 1.5 ਮਿਲੀਅਨ ਤੋਂ ਉੱਪਰ ਵਿਕ ਗਿਆ, ਅਤੇ ਹੁਣ ਕੋਈ ਛਾਲਾ ਮਾਰੀ ਜਾਏ ਕਿ 5 ਲੱਖ ਉੱਪਰ ਵੇਚਤਾ। 5 ਲੱਖ ਉੱਪਰ ਨਹੀਂ ਵੇਚਿਆ, ਉਹਦੀ ਕੀਮਤ ਉਸ ਜਾਇਜ਼ ਸੀ। ਉਹਨੇ ਕੰਪੀਟੀਸ਼ਨ ਕ੍ਰੀਏਟ ਕਰ ਦਿੱਤਾ, ਲੋਕ ਇੱਕ ਦੂਜੇ ਤੋਂ ਅੱਗੇ ਹੋ ਕੇ ਟੁੱਟ ਪਏ। ਹਾਂ ਜ਼ਰੂਰ 20-50 ਹਜ਼ਾਰ ਦਾ ਫਰਕ ਪੈ ਜਾਂਦਾ ਕਈ ਵਾਰ, ਕਿਉਂਕਿ ਇੱਕ ਦੂਜੇ ਦੇ ਮੁਕਾਬਲੇ ਦੇ ਵਿੱਚ ਆ ਗਏ। ਪਰ ਦੂਸਰੇ ਪਾਸੇ 1.5 ਮਿਲੀਅਨ ਨੂੰ ਉਹ ਬੰਦਾ ਲਾਈ ਬੈਠਾ 1.89 ਦਾ, 18-19 ਦਾ, ਅਤੇ ਮੁੜ ਕੇ ਝਾਕੀ ਜਾਂਦਾ ਕੋਈ ਆਇਆ ਨਹੀਂ। ਆਉਣਾ ਕਿੱਥੋਂ ਆ? ਮਾਰਕੀਟ ਤਾਂ ਦੇਖੋ ਨਾ ਤੁਸੀਂ। ਇੱਥੇ ਸਮੱਸਿਆ ਇਹ ਹੈ ਕਿ ਓਵਰ ਪ੍ਰਾਈਸ ਨਹੀਂ, ਗੱਲ ਇਹ ਹੈ ਕਿ ਐਕਚੁਅਲ ਕੀਮਤ ਉਸ ਏਰੀਏ ਦੀ,
ਉਸ ਸਮੇਂ ਦੇ ਵਿੱਚ ਉਸ ਪ੍ਰਾਪਰਟੀ ਦੀ ਉਹਦਾ ਕਵਰਡ ਏਰੀਆ, ਉਹਦਾ ਲੋਟ ਸਾਈਜ਼, ਉਹਦੀ ਡਿਵੈਲਪਮੈਂਟ ਪੋਟੈਂਸ਼ੀਅਲ, ਉਹਦੇ ਬਹੁਤ ਪੱਖੀ ਪਸਾਰ ਕਿਹੋ ਜਿਹੇ ਨੇ, ਸਾਨੂੰ ਉਹਦਾ ਨਹੀਂ ਪਤਾ ਲੱਗਦਾ। ਸਾਨੂੰ ਇਉਂ ਲੱਗਦਾ ਵੀ ਆਹ 5 ਲੱਖ ਉੱਪਰ ਵਿਕ ਗਿਆ, ਇਹ 2 ਲੱਖ ਥੱਲੇ ਵਿਕਿਆ। ਉਹਨੇ ਪਹਿਲਾਂ ਹੀ ਮਹਿੰਗਾ ਲਾਇਆ ਸੀ, ਥੱਲੇ ਵਿਕਣਾ ਸੀ। ਆਖਰੀ ਸਵਾਲ ਡਾਕਟਰ ਸਾਹਿਬ, 0.25 ਇੰਟਰਸਟ ਰੇਟ ਪਹਿਲਾਂ ਵੱਧ ਗਿਆ, 0.5 ਫੇਰ ਵੱਧ ਗਿਆ, ਹੁਣ ਕਹਿੰਦੇ ਫੇਰ ਵੱਧ ਜਾਣਾ। ਕੱਲ੍ਹ ਅਸੀਂ ਗੱਲਬਾਤ ਕਰ ਰਹੇ ਸੀ ਕੁਲਦੀਪ ਸਿੰਘ ਸਿੱਧੂ ਹੁਣਾਂ ਨਾਲ, ਉਹਨਾਂ ਨੇ ਇਹ ਗੱਲ ਦੱਸੀ ਆ। ਇਹਦੇ ਕਰਕੇ ਜੇ ਮਾਰਕੀਟ ਸਲੋ ਹੋਈ ਆ, ਤੇ ਜੇ ਹੋਰ ਵੱਧ ਜਾਂਦਾ ਤਾਂ ਇਹਦੇ ਕਰਕੇ ਹੋਰ ਸਲੋ ਹੋਊਗੀ ਜੀ, ਫਿਰ ਹੋ ਸਕਦੀ ਹੈ। ਇੱਕ ਤੱਥ ਜ਼ਰੂਰ ਹੈ, ਪਰ ਸਾਰਾ ਕੁਝ ਨਹੀਂ ਹੈ। ਇਹਦੇ ਨਾਲ ਅਸੀਂ ਬੇਸ਼ੱਕ ਕਹਿ ਸਕਦੇ ਹਾਂ ਕਿ ਜਦੋਂ ਇੰਟਰਸਟ ਰੇਟ ਵੱਧਦਾ, ਆਮ ਬੰਦਿਆਂ ਦੇ ਵਿੱਚ ਇੱਕ ਖੌਫ ਪੈਦਾ ਹੁੰਦਾ, ਪਰ ਦੂਸਰੇ ਪਾਸੇ ਇਹ ਹੈ ਕਿ ਇਸ ਤੋਂ ਪਹਿਲਾਂ ਇੰਟਰਸਟ ਰੇਟ ਪਹਿਲਾਂ ਹੀ ਜ਼ਿਆਦਾ ਰਹੇ ਆ। ਪਹਿਲਾਂ ਘਟਿਆ ਕਿੰਨਾ ਇਹ, ਜੇ ਹੁਣ ਵੱਧ ਵੀ ਜਾਂਦਾ ਫਿਰ ਵੀ ਉਸ ਮੁਕਾਬਲੇ ਇਹ ਉਨਾ ਨਹੀਂ ਹੈ। ਸੋ ਜਿਹੜੇ ਲੋੜਵੰਦ ਆ ਉਹਨਾਂ ਨੇ ਤਾਂ ਲੈਣੀਆਂ ਪ੍ਰਾਪਰਟੀਆਂ। ਜਿਹੜੇ ਇਨਵੈਸਟਰ ਆ, ਜਿਹੜੇ ਨਿਵੇਸ਼ ਕਰਦੇ ਆ, ਜਿਨ੍ਹਾਂ ਨੂੰ ਇਹ ਹੁੰਦਾ ਕਿ ਅਸੀਂ ਪੈਸੇ ਬਣਾਉਣੇ ਆ, ਉਹਨਾਂ ਦੀ ਗਿਣਤੀ 'ਚ ਕਮੀ ਆਈ ਹੈ। ਉਹ ਯਕੀਨਨ ਤੌਰ 'ਤੇ ਦੇਖਣਗੇ ਜੇ ਕੀਮਤਾਂ ਬਹੁਤ ਥੱਲੇ ਗਈਆਂ, ਫਿਰ ਉਹਨਾਂ ਨੂੰ ਇੰਨਾ ਇੰਟਰਸਟ ਰੇਟ ਜਿਹੜਾ ਹੈ ਉਹ ਬਹੁਤਾ ਪ੍ਰਭਾਵਿਤ ਨਹੀਂ ਕਰੇਗਾ। ਪਰ ਜੇ ਕੀਮਤਾਂ ਉੱਥੇ ਹੀ ਖੜੀਆਂ, ਫਿਰ ਉਹ ਰੁਕ ਜਾਣਗੇ। ਸੋ ਜਾਪਦਾ ਇਹ ਹੈ ਕਿ ਦੋਨੇ ਚੀਜ਼ਾਂ ਦੇ ਵਿੱਚੋਂ ਇਹ ਤੱਥ ਪ੍ਰਭਾਵਿਤ ਜ਼ਰੂਰ ਕਰੇਗਾ, ਪਰ ਇੰਨਾ ਵੱਡਾ ਨਹੀਂ ਕਿ ਮਾਰਕੀਟ ਨੂੰ ਇਹ ਬਿਲਕੁਲ ਡਾਮਾਡੋਲ ਕਰ ਦੇਵੇ। ਇੱਕੋ ਹੀ ਸੁਨੇਹਾ ਇਹ ਹੁੰਦਾ ਹੈ ਕਿ ਸੁਲਝੇ ਢੰਗ ਦੇ ਨਾਲ ਪ੍ਰਾਪਰਟੀ ਖਰੀਦਣ ਵੇਲੇ ਕਾਹਲੀ ਨਾ ਕਰਿਓ, ਪਰ ਜੇ ਪ੍ਰਾਪਰਟੀ ਦੀ ਕੀਮਤ ਸੱਚਮੁੱਚ ਅੰਡਰ ਦਾ ਪ੍ਰਾਈਸ ਹੈ ਤੇ ਉਹਦੇ ਬਾਰੇ ਫੈਸਲਾ ਕਰਕੇ ਤੁਸੀਂ ਲੈਂਦੇ ਹੋ ਤੇ ਉਸ ਦੇ ਵਿੱਚ ਫਾਇਦੇ 'ਚ ਰਹਿੰਦੇ ਆ, ਕਿਉਂਕਿ ਸਦਾ ਇਸ ਤਰ੍ਹਾਂ ਨਹੀਂ ਰਹਿੰਦਾ। ਜੇ ਅੱਜ ਥੱਲੇ ਆਈਆਂ ਕੱਲ੍ਹ ਉੱਪਰ ਜਾਣਗੀਆਂ, ਕੱਲ੍ਹ ਉੱਪਰ ਸੀ ਅੱਜ ਹੇਠਾਂ ਨਹੀਂ। ਸੋ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਅਸੀਂ ਡਾਕਟਰ ਗੁਰਿੰਦਰ ਸਿੰਘ ਧਾਲੀਵਾਲ ਹੋਣ ਨਾਲ ਗੱਲਬਾਤ ਕੀਤੀ ਹੈ। ਕੋਈ ਵੀ ਮਸਲਾ ਹੋਵੇ ਇਹਨਾਂ ਤੋਂ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਫ਼ੋਨ ਨੰਬਰ ਸਕਰੀਨ ਦੇ ਉੱਤੇ ਆ। ਘਰਾਂ ਦੀ ਮਾਰਕੀਟ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਆ, ਅਤੇ ਸਾਡੀ ਕੋਸ਼ਿਸ਼ ਇਹੀ ਆ ਕਿ ਤੁਹਾਨੂੰ ਇੱਕ ਓਥੈਂਟਿਕ ਇਨਫੋਰਮੇਸ਼ਨ ਦੇ ਸਕੀਏ, ਇੱਕ ਸਹੀ ਤਸਵੀਰ ਮਾਰਕੀਟ ਦੀ ਤੁਹਾਡੇ ਤੱਕ ਪਹੁੰਚਾ ਸਕੀਏ, ਜਿਹਦੇ ਤੋਂ ਤੁਸੀਂ ਆਪਣਾ ਅੰਦਾਜ਼ਾ ਲਾ ਸਕੋ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।